ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ। ਤਾਂ ਬੱਚਿਓ ਤੁਹਾਨੂੰ ਪਤਾ ਹੋਵੇਗਾ ਵੀ ਆਪਾਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਇੱਕ ਅੰਕਾਂ ਵਾਲੀ ਦੀ ਜੋ ਲੜੀ ਆ ਉਹ ਸ਼ੁਰੂ ਕੀਤੀ ਹੈ। ਤਾਂ ਅਸੀਂ ਇਸ ਦੀ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕੇ ਹਾਂ। ਇਹ ਉਸਦਾ ਦੂਸਰਾ ਭਾਗ ਹੈ। ਜੇਕਰ ਕਿਸੇ ਵਿਦਿਆਰਥੀ ਨੇ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਜਾਣੀ ਕਿ ਭਾਗ 1 ਨਹੀਂ ਦੇਖਿਆ ਤਾਂ ਉਹ ਵੀ ਇਸ ਨੂੰ ਜ਼ਰੂਰ ਦੇਖੇ। ਤਾਂ ਆਪਣੀ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਜੋ 8ਵੀਂ ਕਲਾਸ ਦੀ ਪਲੇਲਿਸਟ ਬਣੀ ਹੈ 8th ਬੋਰਡ ਕਲਾਸ, ਤਾਂ ਉਹਦੇ ਵਿੱਚ ਜਾ ਕੇ ਵੀ ਤੁਸੀਂ ਜਿਹੜੀ ਪਹਿਲਾਂ ਵਾਲੀ ਵੀਡੀਓ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਇਸ ਪ੍ਰਸ਼ਨਾਂ ਬਾਰੇ ਜਿਹੜੀ ਪੂਰਨ ਜਾਣਕਾਰੀ ਉਹ ਮਿਲ ਸਕੇ। ਬੱਚਿਓ ਜਿਵੇਂ ਤੁਹਾਨੂੰ ਪਤਾ ਹੈ ਵੀ ਸਾਡੇ ਬੋਰਡ ਦੇ ਪੇਪਰ ਵਿੱਚ 32 ਪ੍ਰਸ਼ਨ ਸਾਨੂੰ ਜਿਹੜੇ 1 ਅੰਕ ਵਾਲੇ ਆਉਣੇ ਹਨ। ਤਾਂ ਅਸੀਂ ਸਾਰੇ ਚੈਪਟਰ ਦੇ ਵਿੱਚੋਂ ਜੋ 94 ਪ੍ਰਸ਼ਨ ਹਨ ਉਹ ਅਸੀਂ ਵਾਰੀ-ਵਾਰੀ ਕਰ ਰਹੇ ਹਾਂ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਦੇਖੋ, ਸਮਝੋ ਅਤੇ ਆਪਣੀ ਕਾਪੀ ਤੇ ਨੋਟ ਕਰੋ ਕਿਉਂਕਿ ਬੱਚਿਓ ਜਿਹੜੇ ਪ੍ਰਸ਼ਨ ਹੈ ਅਸੀਂ ਰੱਟਾ ਲਾ ਕੇ ਨਹੀਂ ਯਾਦ ਕਰ ਸਕਦੇ, ਇਹ ਅਸੀਂ ਪ੍ਰੈਕਟਿਸ ਕਰਕੇ ਸਿੱਖ ਸਕਦੇ ਹਾਂ। ਤਾਂ ਆਓ ਹੁਣ ਆਪਾਂ ਪਹਿਲਾ ਪ੍ਰਸ਼ਨ ਹੱਲ ਕਰਦੇ ਹਾਂ। ਤਾਂ ਬੱਚਿਓ ਸਾਡੇ ਕੋਲ ਜੋ ਪਹਿਲਾ ਪ੍ਰਸ਼ਨ ਹੈ ਇਸ ਦੇ ਵਿੱਚ ਹੈ -2 ਯਾਨੀ ਕਿ ਘਟਾਓ 2/9 ਦਾ ਜੁੜਾਤਮਕ ਉਲਟ ਕੀ ਹੈ। ਤਾਂ ਬੱਚਿਓ ਸਾਨੂੰ ਪਤਾ ਹੈ ਵੀ ਜੁੜਾਤਮਕ ਉਲਟ ਹੁੰਦਾ ਹੈ ਉਸਦਾ ਅਸੀਂ ਸਿਰਫ ਸਾਈਨ ਚੇਂਜ ਕਰਨਾ ਹੁੰਦਾ ਹੈ। ਇੱਥੇ ਦੇਖੋ ਸਾਡੇ ਕੋਲ ਕਾਹਦਾ ਵਾਲਾ ਹੈ, ਘਟਾਓ ਵਾਲਾ ਸਾਈਨ ਹੈ, ਤਾਂ ਅਸੀਂ ਇਹਦੇ ਮੂਹਰੇ ਕਾਹਦਾ ਲਾਉਣਾ ਹੈ, ਪਲੱਸ ਵਾਲਾ ਲਾਉਣਾ ਹੈ। ਕਿੰਨਾ ਬਣ ਗਿਆ ਬੱਚਿਓ +2/9। ਤਾਂ ਪਲੱਸ ਵਾਲਾ ਸਾਈਨ ਜਦੋਂ ਅਸੀਂ ਉੱਤਰ ਕੇ ਲਿਖਦੇ ਹਾਂ ਉਹ ਬੱਚਿਓ ਨਹੀਂ ਲਿਖਦੇ, ਤਾਂ ਇਸ ਕਰਕੇ ਬੱਚਿਓ ਉੱਤਰ ਕਿੰਨਾ ਆਵੇਗਾ 2/9। ਹੁਣ ਦੇਖੋ ਜਿਹੜਾ 2/9 ਕਿਹੜੇ ਆਪਸ਼ਨ 'ਚ ਹੈ, ਆਪਸ਼ਨ ਏ ਦੇ ਵਿੱਚ ਇਹਦਾ ਉੱਤਰ ਹੈ। ਤਾਂ ਬੱਚਿਓ ਕਈ ਵਾਰੀ ਸਾਨੂੰ ਜਿਵੇਂ ਸੰਖਿਆ ਕੋਈ ਮੰਨ ਲਓ ਹੋਰ ਸੰਖਿਆ ਸਾਨੂੰ 3/5 ਦਿੱਤੀ ਹੁੰਦੀ, ਜੇਕਰ ਅਸੀਂ ਇਸ ਦਾ ਜੁੜਾਤਮਕ ਉਲਟ ਜਿਹੜਾ ਹੈਗਾ ਉਹ ਪਤਾ ਕਰਨਾ ਹੋਵੇ ਤਾਂ ਬੱਚਿਓ ਉਹਦਾ ਜੁੜਾਤਮਕ ਉਲਟ ਕੀ ਹੁੰਦਾ ਹੈ, ਘਟਾਓ ਵਾਲੀ ਸੰਖਿਆ। ਬੱਚਿਓ ਇਹ ਗੱਲ ਦਾ ਧਿਆਨ ਰੱਖਣਾ ਹੈ ਵੀ ਕਈ ਵਾਰੀ ਸਾਨੂੰ ਜੁੜਾਤਮਕ ਉਲਟ ਕਿਹਾ ਹੁੰਦਾ ਹੈ, ਕਈ ਵਾਰੀ ਸਾਨੂੰ ਗਣਾਤਮਕ ਉਲਟ ਕਿਹਾ ਹੁੰਦਾ ਹੈ। ਤਾਂ ਕਈ ਵਾਰੀ ਬੱਚੇ ਪ੍ਰਸ਼ਨ ਵਿੱਚ ਉਲਝ ਜਾਂਦੇ ਹਨ, ਉਹ ਧਿਆਨ ਨਹੀਂ ਦਿੰਦੇ। ਤਾਂ ਬੱਚਿਓ ਜੋ ਗੁਣਾਤਮਕ ਵਾਲਾ ਹੈ ਉਹਦੇ ਵਿੱਚ ਉਲਟ ਹੋ ਜਾਂਦੀ ਸੰਖਿਆ। ਮੰਨ ਲਓ ਸਾਡੇ ਕੋਲ ਸੰਖਿਆ 2/9 ਹੈ, ਇਸ ਦਾ ਅਸੀਂ ਗਣਾਤਮਕ ਉਲਟ ਪਤਾ ਕਰਨਾ ਹੈ। ਤਾਂ ਬੱਚਿਓ ਉਹ ਕੀ ਹੁੰਦਾ ਗਾ 9/2 ਜਾਣੀ ਕਿ ਗਣਾਤਮਕ ਉਲਟ ਵੇਲੇ ਸੰਖਿਆ ਜਿਹੜੀ ਹੈਗੀ ਹੈ ਉਹ ਉਲਟ ਹੋ ਜਾਂਦੀ ਹੈ, ਠੀਕ ਹੈ। ਲੇਕਿਨ ਜੁੜਾਤਮਕ ਉਲਟ ਵੇਲੇ ਸੰਖਿਆ ਦਾ ਜੋ ਪਲੱਸ ਜਾਂ ਮਾਈਨਸ ਵਾਲਾ ਸਿੰਬਲ ਹੈਗਾ, ਜੋ ਚਿੰਨ੍ਹ ਹੈ ਉਹ ਚੇਂਜ ਹੋ ਜਾਂਦਾ ਹੈ, ਮਾਈਨਸ ਤੋਂ ਪਲੱਸ ਹੋ ਜਾਂਦਾ ਹੈ, ਪਲੱਸ ਤੋਂ ਮਾਈਨਸ ਹੋ ਜਾਂਦਾ ਹੈ। ਤਾਂ ਇਹ ਗੱਲ ਨੂੰ ਬੱਚੇ ਤੁਸੀਂ ਚੰਗੀ ਤਰ੍ਹਾਂ ਡਿਫਰੈਂਸ ਕਰਕੇ ਦੇਖਣਾ ਹੈਗਾ ਵੀ ਜੁੜਾਤਮਕ ਉਲਟ ਕੀ ਹੈ, ਗਣਾਤਮਕ ਉਲਟ ਕੀ ਹੈ। ਹੁਣ ਸਾਡੇ ਕੋਲ ਅੱਗੇ ਦੂਸਰਾ ਪ੍ਰਸ਼ਨ ਹੈ ਬੱਚਿਓ 3/5 ਅਤੇ 3/4 ਦੇ ਵਿਚਕਾਰ ਕਿੰਨੀਆਂ ਪ੍ਰਮੇୟ ਸੰਖਿਆਵਾਂ ਹਨ। ਤਾਂ ਬੱਚਿਓ ਕਿਉਂਕਿ ਸਾਡੇ ਕੋਲ ਸੰਖਿਆਵਾਂ ਚਾਹੇ ਕੋਈ ਹੁਣ ਕਈ ਵਾਰੀ ਸਾਨੂੰ ਸੰਖਿਆਵਾਂ ਵਟਿਆਂ ਵਾਲੇ ਲਿਖੇ ਹੁੰਦੇ ਨੇ ਵੀ ਇਹ ਵਟਿਆਂ ਵਾਲੀਆਂ ਸੰਖਿਆਵਾਂ ਗੀਆਂ, ਜੋ ਵਟਾ ਵਾਲੀ ਸੰਖਿਆ ਹੈ ਵੀ ਉਹਨਾਂ ਦੇ ਕਿੰਨੇ ਵਿਚਕਾਰ ਸੰਖਿਆਵਾਂ, ਜਾਂ ਕਈ ਵਾਰੀ ਸਾਨੂੰ ਕਹਿ ਦਿੰਦੇ ਆ ਸਿੱਧੀਆਂ ਇਸ ਤਰ੍ਹਾਂ ਹੁੰਦੀਆਂ ਬੱਚੇ ਸਾਡੇ ਕੋਲ ਸੰਖਿਆਵਾਂ ਵਟਿਆਂ ਵਾਲੀ ਨਹੀਂ ਹੁੰਦੀਆਂ, ਉਹਨਾਂ ਦੇ ਵਿਚਕਾਰ ਕਿੰਨੀਆਂ ਪ੍ਰਮੇୟ ਸੰਖਿਆਵਾਂ। ਤਾਂ ਬੱਚੇ ਜੋ ਪ੍ਰਮੇਯ ਸੰਖਿਆਵਾਂ ਹੁੰਦੀਆਂ ਗੀਆਂ ਤਾਂ ਅਸੀਂ ਦੋ ਸੰਖਿਆਵਾਂ ਦੇ ਵਿਚਾਲੇ ਅਨੰਤ ਪ੍ਰਮੇਯ ਸੰਖਿਆਵਾਂ ਜਿਹੜੀਆਂ ਹੈਗੀਆਂ ਪਤਾ ਕਰ ਸਕਦੇ ਹਾਂ, ਅਨੰਤ ਅਸੀਮਤ, ਠੀਕ ਹੈ ਬੱਚਿਓ। ਤਾਂ ਜਦੋਂ ਵੀ ਤੁਹਾਨੂੰ ਕਿਸੇ ਦੋ ਸੰਖਿਆਵਾਂ ਦੇ ਵਿਚਾਲੇ ਪ੍ਰਮੇਯ ਸੰਖਿਆਵਾਂ ਪੁੱਛੀਆਂ ਜਾਣ ਵੀ ਆਹ ਦੋ ਸੰਖਿਆਵਾਂ ਦੇ ਵਿਚਾਲੇ ਪ੍ਰਮੇਯ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ, ਤਾਂ ਉਹ ਹਮੇਸ਼ਾ ਬੱਚਿਓ ਅਨੰਤ ਅਸੀਮਤ ਆਵੇਗਾ। ਇਸ ਗੱਲ ਨੂੰ ਤੁਸੀਂ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਬਿਠਾਉਣਾ ਹੈ। ਅੱਗੇ ਸਾਡੇ ਕੋਲ ਬੱਚਿਓ ਤੀਸਰਾ ਪ੍ਰਸ਼ਨ ਹੈ ਜੇਕਰ 22 + 3 = 7 ਹੋਵੇ ਤਾਂ 22 ਦਾ ਮੁੱਲ ਪਤਾ ਕਰੋ। ਤਾਂ ਬੱਚਿਓ ਤੁਸੀਂ ਕਿਸ ਤਰ੍ਹਾਂ ਕਰਨਾ ਹੁੰਦਾ, ਆਪਾਂ ਪਹਿਲਾਂ ਵੀ ਸਿੱਖਿਆ ਸੀ ਪਹਿਲੇ ਵੀਡੀਓ ਦੇ ਵਿੱਚ ਵੀ ਇਸ ਤਰ੍ਹਾਂ ਅਸੀਂ ਸੰਖਿਆ ਨੂੰ ਲਿਖ ਲਿਆ ਹੈ, ਇਸ ਸੰਖਿਆ ਨੂੰ ਅਸੀਂ ਸੱਜੇ ਪਾਸੇ ਲੈ ਜਾਣਾ ਹੈ। ਤਾਂ ਬੱਚਿਓ ਜਦੋਂ ਅਸੀਂ ਇਹ ਸਾਡੇ ਕੋਲ ਬਰਾਬਰ ਹੈ, ਬਰਾਬਰ ਦਾ ਚਿੰਨ੍ਹ ਹੈ, ਜਦੋਂ ਅਸੀਂ ਬਰਾਬਰ ਦੇ ਚਿੰਨ੍ਹ ਤੋਂ ਕੋਈ ਸੰਖਿਆ ਖੱਬੇ ਜਾਂ ਸੱਜੇ ਲੈ ਕੇ ਜਾਂਦੇ ਹਾਂ ਤਾਂ ਉਸਦਾ ਜੋ ਨਿਸ਼ਾਨ ਹੈ ਉਹ ਚੇਂਜ ਹੋ ਜਾਂਦਾ ਹੈ। ਯਾਨੀ ਕਿ ਦੇਖੋ ਇੱਥੇ ਨਿਸ਼ਾਨ ਕਾਹਦਾ ਹੈ ਬੱਚਿਓ, ਪਲੱਸ ਵਾਲਾ ਹੈ, ਤਾਂ ਸੱਜੇ ਪਾਸੇ ਜਾ ਕੇ ਉਹ ਮਾਈਨਸ ਵਾਲੀ ਹੋ ਜਾਵੇਗੀ। ਤਾਂ ਬੱਚਿਓ ਅਸੀਂ 7 ਵਿੱਚੋਂ 3 ਘਟਾਏ ਸਾਡੇ ਕੋਲੇ 4। ਤਾਂ ਇਸ ਤਰ੍ਹਾਂ ਅਸੀਂ ਜੋ 22 ਦਾ ਮੁੱਲ ਹੈ ਉਹ ਪਤਾ ਕਰ ਲਿਆ ਹੈ, ਕਿੰਨਾ ਹੈ 4। ਤਾਂ ਬੱਚਿਓ 4 ਕਿਹੜੇ ਆਪਸ਼ਨ ਵਿੱਚ ਹੈ, ਬੀ ਆਪਸ਼ਨ ਦੇ ਵਿੱਚ। ਤਾਂ ਇਸ ਤਰ੍ਹਾਂ ਬੱਚਿਓ ਆਪਾਂ ਇਹ ਪ੍ਰਸ਼ਨ ਨੂੰ ਹੱਲ ਕਰ ਸਕਦੇ ਹਾਂ। ਤਾਂ ਇਹਦੇ ਨਾਲ ਆਪਾਂ ਹੋਰ ਪ੍ਰਸ਼ਨ ਦੇਖਦੇ ਹਾਂ ਇੱਕ, ਮੰਨ ਲਓ ਸਾਨੂੰ ਜੇਕਰ ਸੰਖਿਆ ਕੋਈ ਇਸ ਤਰ੍ਹਾਂ ਦਿੱਤੀ ਹੁੰਦੀ 22 - 3 = 7, ਤਾਂ ਬੱਚੇ ਹੁਣ ਆਪਾਂ 3 ਨੂੰ ਇੱਧਰ ਲੈ ਕੇ ਜਾਣਾ ਹੈ ਤਾਂ ਫਿਰ ਸਾਡੇ ਕੋਲ ਕਿੰਨਾ ਹੋ ਜਾਂਦਾ 7 + 3 10, ਕਿਉਂਕਿ ਇੱਧਰ ਸੰਖਿਆ ਕਾਹਦੇ ਵਾਲੀ ਹੈ, ਘਟਾਓ ਵਾਲੀ, ਤੇ ਸੱਜੇ ਪਾਸੇ ਆ ਕੇ ਪਲੱਸ ਵਾਲੀ ਹੋ ਜਾਵੇਗੀ।
ਤਾਂ ਬੱਚਿਓ ਇਹ ਗੱਲਾਂ ਨੂੰ ਤੁਸੀਂ ਪੂਰਾ ਧਿਆਨ ਨਾਲ ਸਮਝਣਾ ਹੈ। ਜਦੋਂ ਅਸੀਂ ਸੰਖਿਆ ਨੂੰ ਬਰਾਬਰ ਦੇ ਖੱਬੇ ਜਾਂ ਸੱਜੇ ਪਾਸੇ ਲੈ ਕੇ ਜਾਣਾ ਹੈ ਤਾਂ ਪਲੱਸ ਤੋਂ ਸਾਈਨ ਮਾਈਨਸ ਹੋ ਜਾਂਦਾ ਹੈ, ਮਾਈਨਸ ਤੋਂ ਜਾਣ ਕੇ ਘਟਾਓ ਤੋਂ ਪਲੱਸ ਜਮਾ ਵਾਲਾ ਜਿਹੜਾ ਸਾਈਨ ਆ ਉਹ ਬਣ ਜਾਂਦਾ ਹੈ। ਅੱਗੇ ਬੱਚੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਬੱਚਿਓ ਇਹ ਗੱਲ ਦਾ ਧਿਆਨ ਰੱਖਣਾ, ਕਈ ਵਾਰੀ ਸਾਨੂੰ ਕਥਨ ਸਹੀ ਕਿਹਾ ਹੁੰਦਾ, ਕਈ ਵਾਰ ਕਥਨ ਸਹੀ ਨਹੀਂ ਕਿਹਾ ਹੁੰਦਾ, ਤਾਂ ਇਹਨਾਂ ਵਿੱਚ ਤੁਸੀਂ ਉਲਝਣਾ ਨਹੀਂ ਹੈ। ਬੱਚਿਓ ਆਪਾਂ ਦੇਖਣਾ ਸਾਰੇ ਆਇਤ ਵਰਗ ਹੁੰਦੇ ਹਨ, ਇਹ ਕਥਨ ਬੱਚਿਓ ਬਿਲਕੁਲ ਗਲਤ ਹੈ, ਕਿਉਂਕਿ ਜਿਹੜੇ ਸਾਰੇ ਆਇਤ ਆ ਦੇਖੋ ਇਹ ਸਾਡੇ ਕੋਲ ਆਇਤ ਹੈ, ਇਹ ਵਰਗ ਨਹੀਂ ਹੈ, ਕਿਉਂਕਿ ਵਰਗ ਦੀਆਂ ਚਾਰੇ ਭੁਜਾਵਾਂ ਬਰਾਬਰ ਹੁੰਦੀਆਂ ਹਨ। ਤੀਸਰਾ ਸਾਡੇ ਕੋਲ ਹੈ ਸਾਰੇ ਵਰਗ ਸਮਾਂਤਰ ਚਤੁਰਭੁਜ ਨਹੀਂ ਹੁੰਦੇ, ਤਾਂ ਬੱਚਿਓ ਇਹ ਵੀ ਗਲਤ ਹੈ। ਦੇਖੋ ਜੋ ਸਾਡੇ ਕੋਲ ਵਰਗ ਹੈ, ਦੇਖੋ ਕੋਈ ਵੀ ਵਰਗ ਹੈ ਉਹ ਸਾਰੇ ਸਾਡੇ ਕੋਲੇ ਸਮਾਂਤਰ ਚਤੁਰਭੁਜ ਹੁੰਦੇ ਹਨ, ਕਿਉਂਕਿ ਇਹਨਾਂ ਦੀਆਂ ਆਮਣੇ ਸਾਹਮਣੇ ਵਾਲੇ ਭੁਜਾਵਾਂ ਵਿੱਚੋਂ ਕੀ ਹੁੰਦੀਆਂ ਹਨ, ਸਮਾਂਤਰ ਹੁੰਦੀਆਂ ਹਨ। ਇਸ ਕਰਕੇ ਇਹ ਵੀ ਗਲਤ ਲਿਖਿਆ ਗਿਆ ਹੈ। ਸਾਰੀਆਂ ਪਤੰਗਾਂ ਸਮ ਚਤੁਰਭੁਜ ਹੁੰਦੀਆਂ ਹਨ। ਦੇਖੋ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਵੀ ਦੇਖਿਆ ਹੈ ਵੀ ਜੋ ਪਤੰਗ ਹੁੰਦਾ ਹੈ ਇਸ ਦੀਆਂ ਕੀ ਹੈ, ਦੋ ਨਾਲ ਲੱਗਦੀਆਂ ਜਿਹੜੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ, ਵੀ ਆਹ ਭੁਜਾਵਾਂ ਆਪਸ ਵਿੱਚ ਬਰਾਬਰ ਹਨ, ਆਹ ਆਪਸ ਵਿੱਚ ਬਰਾਬਰ ਹਨ। ਲੇਕਿਨ ਸਮ ਚਤੁਰ ਦੀਆਂ ਵਿੱਚੋਂ ਕੀ ਹੁੰਦੀਆਂ ਹਨ, ਸਮ ਚਤੁਰਭੁਜ ਦੀਆਂ ਜਿਹੜੀਆਂ ਚਾਰੇ ਭੁਜਾਵਾਂ ਕੀ ਆ ਬਰਾਬਰ ਹੁੰਦੀਆਂ ਹਨ, ਲੇਕਿਨ ਉਹਨਾਂ ਵਿੱਚ ਜਿਹੜਾ ਕੋਣ ਆਪਸ ਵਿੱਚ 90 ਦਾ ਨਹੀਂ ਹੁੰਦਾ ਹੈ। ਇਸ ਕਰਕੇ ਸਾਰੀਆਂ ਪਤੰਗਾਂ ਸਮ ਚਤੁਰਭੁਜ ਨਹੀਂ ਹੁੰਦੀਆਂ। ਇੱਥੇ ਲਿਖਿਆ ਵੀ ਸਾਰੀਆਂ ਹੁੰਦੀਆਂ ਹਨ, ਇਸ ਕਰਕੇ ਕਥਨ ਬੱਚਿਓ ਇਹ ਕੀ ਆ, ਗਲਤ ਹੈ। ਹੁਣ ਬੱਚਿਓ ਦੇਖੋ ਤਿੰਨ ਕਥਨ ਗਲਤ ਹੋ ਗਏ, ਇਸ ਕਰਕੇ B ਸਹੀ ਹੋਣਾ ਚਾਹੀਦਾ ਹੈ। ਇੱਥੇ ਕੀ ਲਿਖਿਆ ਹੈ, ਸਾਰੇ ਸਮ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦੇ ਹਨ। ਦੇਖੋ ਇਹ ਸਾਡੇ ਕੋਲ ਬੱਚਿਓ ਕੀ ਹੈ, ਸਮ ਚਤੁਰਭੁਜ ਹੈ। ਦੇਖੋ ਇਹਦੀਆਂ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਸਮਾਂਤਰ ਹੋਣਗੀਆਂ, ਆਹ ਭੁਜਾ ਇਹਦੇ ਸਮਾਂਤਰ ਹੋਵੇਗੀ, ਆਹ ਭੁਜਾ ਇਹਦੇ ਸਮਾਂਤਰ ਹੋਵੇਗੀ। ਇਸ ਕਰਕੇ ਸਾਰੇ ਸਮ ਚਤੁਰਭੁਜ ਸਮਾਂਤਰ ਚਤੁਰਭੁਜ ਹੁੰਦੇ ਹਨ। ਇਸ ਕਰਕੇ ਬੱਚਿਓ ਜਿਹੜਾ ਆਪਸ਼ਨ B ਹੈ ਉਹ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ ਬੱਚਿਓ ਇਹੋ ਜਿਹੇ ਪ੍ਰਸ਼ਨ ਰੱਟਾ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਕਈ ਵਾਰੀ ਪ੍ਰਸ਼ਨ ਸਾਡੇ ਕੋਲੇ ਚੇਂਜ ਹੋ ਕੇ ਆ ਜਾਂਦਾ ਹੈ, ਕਨਫਿਊਜ਼ ਹੋ ਜਾਂਦਾ ਹੈ। ਤਾਂ ਇਸ ਕਰਕੇ ਇਹਨਾਂ ਨੂੰ ਸਮਝ ਕੇ ਜਿਹੜੇ ਪ੍ਰਸ਼ਨ ਤੁਸੀਂ ਸਿੱਖਣਾ ਹੈ, ਤਾਂ ਜੋ ਤੁਸੀਂ ਜਿਹੜੇ ਚੰਗੇ ਅੰਕ ਉਹ ਪ੍ਰਾਪਤ ਕਰ ਸਕੋ। ਬੱਚਿਓ ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਜਦੋਂ ਇੱਕ ਪਾਸੇ ਨੂੰ ਸੁੱਟਿਆ ਜਾਂਦਾ ਹੈ ਤਾਂ ਇੱਕ ਅਭਾਜ ਯਾਨੀ ਕਿ ਬੱਚਿਓ ਪ੍ਰਾਈਮ, ਠੀਕ ਹੈ, ਪ੍ਰਾਈਮ ਨੰਬਰ ਦੇ ਪ੍ਰਾਪਤ ਹੋਣ ਦੀ ਸੰਭਾਵਨਾ ਕੀ ਹੈ। ਬੱਚਿਓ ਸਾਨੂੰ ਪਤਾ ਵੀ ਪਾਸੇ ਤੇ ਕਿਹੜੇ ਕਿਹੜੇ ਅੰਕ ਲਿਖੇ ਹੁੰਦੇ ਹਨ। ਸਾਨੂੰ ਪਤਾ ਵੀ ਜੋ ਪਾਸਾ ਹੁੰਦਾ ਹੈ ਉਹਦੇ 1 ਤੋਂ ਲੈ ਕੇ ਜਿਹੜੇ 6 ਤੱਕ ਅੰਕ ਉਹ ਲਿਖੇ ਹੁੰਦੇ ਹਨ। ਤਾਂ ਬੱਚਿਓ ਇਹਨਾਂ 'ਚ ਅਭਾਜ ਸੰਖਿਆਵਾਂ ਕਿਹੜੀਆਂ ਹਨ, 2 ਅਭਾਜ ਸੰਖਿਆ ਹੈ, 3 ਅਭਾਜ ਸੰਖਿਆ ਹੈ ਤੇ 5 ਅਭਾਜ ਸੰਖਿਆ ਹੈ। ਯਾਨੀ ਕਿ ਸਾਡੇ ਕੋਲ ਜਿਹੜੀਆਂ ਤਿੰਨ ਸੰਖਿਆਵਾਂ ਗਈਆਂ 2, 3 ਤੇ 5, ਇਹ ਕਿਹੜੀਆਂ ਹਨ, ਅਭਾਜ ਸੰਖਿਆਵਾਂ ਹਨ। ਤਾਂ ਬੱਚਿਓ ਸੰਭਾਵਨਾ ਦਾ ਸੂਤਰ ਕੀ ਹੁੰਦਾ ਹੈ, ਅਨੁਕੂਲ ਪਰਿਣਾਮ। ਜਦੋਂ ਅਸੀਂ ਸੰਭਾਵਨਾ ਪਤਾ ਕਰਦੇ ਹਾਂ, ਅਨੁਕੂਲ ਬੱਚਿਓ ਅਨੁਕੂਲ ਜੋ ਪ੍ਰਾਪਤ ਕਰਨਾ ਹੈ ਕਿੰਨੇ ਹਨ, ਉਹ ਸੰਖਿਆਵਾਂ ਕਿੰਨੀਆਂ ਬਣਦੀਆਂ ਹਨ, 3। ਨੀਚੇ ਬੱਚਿਓ ਕੁੱਲ ਦੇਖੋ ਕਿੰਨੀਆਂ ਸੰਖਿਆਵਾਂ ਹਨ, 6। ਤਾਂ ਕੁੱਲ ਸੰਖਿਆਵਾਂ ਬੱਚਿਓ 6, ਕਿਉਂਕਿ ਪਾਸੇ ਦੀਆਂ ਕੁੱਲ ਸੰਖਿਆਵਾਂ 6 ਹੁੰਦੀਆਂ ਹਨ। ਤਾਂ ਹੁਣ ਆਪਾਂ ਇਹਨੂੰ ਬੱਚਿਓ ਕੱਟ ਸਕਦੇ ਹਾਂ, 3 ਏਕਮ 3 3 ਦੂਣਾ 6 ਜਾਣੀ ਕਿ 1/2। ਤਾਂ 1/2 ਬੱਚਿਓ ਕਿਹੜੇ ਆਪਸ਼ਨ ਵਿੱਚ ਹੈ, A ਆਪਸ਼ਨ ਵਿੱਚ। ਇਸ ਕਰਕੇ ਪੰਜਵੇਂ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਆਪਸ਼ਨ A ਹੈ। ਬੱਚਿਓ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਛੇਵੇਂ ਪ੍ਰਸ਼ਨ ਨਾਲ ਪੁੱਛਿਆ ਵੀ 324 ਦੇ ਵਰਗਮੂਲ ਵਿੱਚ ਇਕਾਈ ਦਾ ਅੰਕ ਕੀ ਹੋਵੇਗਾ। ਹੁਣ ਬੱਚਿਓ ਆਪਾਂ ਦੇਖਣਾ ਵੀ ਇਹਦੇ ਵਰਗਮੂਲ ਵਿੱਚ ਇਕਾਈ ਦਾ ਅੰਕ ਕੀ ਹੋਵੇਗਾ। ਹੁਣ ਦੇਖੋ ਸੰਖਿਆ ਦੇ ਵਿੱਚ 324, ਬੱਚਿਓ ਸਾਨੂੰ ਪਤਾ ਵੀ ਜਿਹੜਾ 324 ਆ, ਠੀਕ ਹੈ, 324 ਕਿਹਦਾ, ਜੇ ਆਪਾਂ ਵਰਗਮੂਲ ਕੱਢ ਕੇ ਜਾਣ ਕੇ ਕੀ ਹੁੰਦਾ ਇਹਦਾ, 18 ਗੁਣਾ 18। 18 ਗੁਣਾ 18 ਬੱਚਿਓ ਕਿੰਨਾ ਹੁੰਦਾ ਗਾ, 324 ਹੁੰਦਾ ਹੈ। ਤਾਂ ਬੱਚਿਓ ਜਾਣ ਕੇ ਇਹਦਾ ਵਰਗਮੂਲ ਕਿੰਨਾ ਆ ਜਾਵੇਗਾ, 18। ਠੀਕ ਹੈ ਬੱਚਿਓ, ਤਾਂ ਫਿਰ ਇਹਦਾ ਇਕਾਈ ਅੰਕ ਕੀ ਹੈ ਬੱਚਿਓ, ਇਕਾਈ ਅੰਕ 8 ਹੈ। ਤਾਂ ਇਸ ਕਰਕੇ ਬੱਚਿਓ ਜੋ ਆਪਸ਼ਨ B ਸਾਡੇ ਕੋਲੇ ਉਹ ਇਸ ਦਾ ਸਹੀ ਉੱਤਰ ਆ ਜਾਵੇਗਾ। ਤੁਸੀਂ ਦੂਜੇ ਤਰੀਕੇ ਨਾਲ ਬੱਚੇ ਤੁਸੀਂ ਇਹ ਵੀ ਦੇ ਸਕਦੇ ਹੋ ਵੀ ਸਾਡੇ ਕੋਲ ਜੋ 4 ਹੈ, 4 ਅੰਕ ਕਿਹੜੇ ਕਿਹੜੇ ਦੋ ਸੰਖਿਆਵਾਂ ਨੂੰ ਗੁਣਾ ਕਰਕੇ ਬਣਦਾ ਹੈ। ਤਾਂ ਬੱਚਿਓ ਦੇਖੋ 2 ਗੁਣਾ ਜਿਹੜਾ 2 ਹੈ ਉਹਦਾ ਵੀ ਅੰਕ 4 ਬਣਦਾ ਹੈ। ਜੇ ਅਸੀਂ 8 ਗੁਣਾ 8 ਕਰਦੇ ਹਾਂ 64, ਜਿਵੇਂ ਇਹਦਾ ਇਕਾਈ ਅੰਕ ਵੀ 4 ਬਣਦਾ ਹੈ। ਤਾਂ ਅਸੀਂ ਇਸ ਤਰ੍ਹਾਂ ਵੀ ਤਾਂ ਪਤਾ ਕਰ ਸਕਦੇ ਸੀ, ਕਿਉਂਕਿ ਇਹਦੇ ਵਿੱਚ 2 ਨਹੀਂ ਹੈ, ਠੀਕ ਹੈ, 2 ਕਿਤੇ ਨਹੀਂ ਦਿੱਤਾ, ਤਾਂ ਇਹ ਸਾਡੇ ਕੋਲ 8 ਹੀ ਦਾ ਉੱਤਰ ਸਹੀ ਉਹ ਆਵੇਗਾ। ਅਸੀਂ ਇਸ ਤਰ੍ਹਾਂ ਵੀ ਦੱਸ ਸਕਦੇ ਹਾਂ। ਜੇ ਬੱਚੇ ਤੁਸੀਂ ਵਰਗਮੂਲ ਪਤਾ ਕਰ ਸਕਦੇ ਹੋ ਤਾਂ ਵਰਗਮੂਲ ਪਤਾ ਕਰਕੇ ਜ਼ਿਆਦਾ ਅਸੀਂ ਜਿਹੜਾ ਸਹੀ ਆਂਸਰ ਆ ਪਤਾ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਬੱਚੇ 7ਵਾਂ ਪ੍ਰਸ਼ਨ ਹੈ, 12 ਦਾ ਘਣ ਕੀ ਹੈ। ਤਾਂ ਬੱਚਿਓ 12 ਦਾ ਘਣ
ਜਾਣੀ ਕਿ 12 ਦੀ ਘਾਤ 3 ਜਾਣੀ ਕਿ 12 ਗੁਣਾ 12 ਗੁਣਾ 12। ਤਾਂ ਬੱਚੋ ਕੀ ਆਂਸਰ ਆਵੇਗਾ ਦੇਖੋ। ਹੁਣ ਇਹਦਾ ਆਪਾਂ ਆਂਸਰ ਦੇਖਣਾ ਹੈ। ਹੁਣ ਦੇਖੋ 12 ਗੁਣਾ 12 144 ਹੁੰਦਾ ਹੈ। ਇਸ ਕਰਕੇ ਬੱਚੋ ਇਹ ਤਾਂ ਆਪਸ਼ਨ ਹੋ ਨਹੀਂ ਸਕਦਾ, ਇਹ ਬਹੁਤ ਘੱਟ ਹੈ, ਇਹ ਵੀ ਸੰਖਿਆ ਨਹੀਂ ਹੋ ਸਕਦੀ। ਜਾਂ ਸਾਡੇ ਕੋਲ ਆਂਸਰ ਇਹ ਹੈ ਜਾਂ ਸਾਡੇ ਕੋਲ ਆਂਸਰ ਇਹ ਹੈ। ਬੱਚੇ ਤੁਸੀਂ ਅੱਗੇ ਜਿਹੜਾ ਗੁਣਾ ਕਰਕੇ ਉਹ ਦੇਖ ਸਕਦੇ ਹੋ ਵੀ ਇਹਦਾ ਕਿੰਨਾ ਆਂਸਰ ਜਿਹੜਾ ਹੈਗਾ ਉਹ ਆਉਂਦਾ ਹੈ। ਤਾਂ ਸੌਖੇ ਬੱਚੇ ਦੇਖੋ 8 12 ਇਹ ਸਾਡੇ ਕੋਲ 7 ਜਾਣੀ ਕਿ 1728। ਤਾਂ ਬੱਚੋ ਸੀ ਆਪਸ਼ਨ ਇਸ ਪ੍ਰਸ਼ਨ ਜਿਹੜਾ ਸਹੀ ਉੱਤਰ ਆ ਉਹ ਹੈ। ਬੱਚੋ ਕਈ ਵਾਰ ਸਾਨੂੰ ਤੁੱਕਾ ਨਹੀਂ ਮਾਰਨਾ ਚਾਹੀਦਾ ਕਿਉਂਕਿ 48 ਹੈ 28 ਹੈ, ਇਸ ਤਰ੍ਹਾਂ ਕੋਈ ਸਾਡਾ ਆਂਸਰ ਜਿਹੜਾ ਗਲਤ ਹੋ ਜਾਂਦਾ ਹੈ। ਪ੍ਰਸ਼ਨ ਨੂੰ ਹੱਲ ਕਰਕੇ ਤੁਸੀਂ ਸਹੀ ਆਂਸਰ ਪਤਾ ਕਰਨਾ ਹੈ। ਅੱਗੇ ਬੱਚੋ ਸਾਡੇ ਕੋਲ ਪ੍ਰਸ਼ਨ ਹੈ 8ਵਾਂ ਪ੍ਰਸ਼ਨ, 50 ਪੈਸੇ ਦਾ 5 ਰੁਪਏ ਨਾਲ ਅਨੁਪਾਤ ਕੀ ਹੋਵੇਗਾ। ਹੁਣ ਬੱਚੋ ਦੇਖੋ ਸਾਨੂੰ ਪਤਾ ਹੈਗਾ, ਧਿਆਨ ਰੱਖਣਾ ਤੁਸੀਂ ਇਸ ਗੱਲ ਦਾ ਵੀ ਜਦੋਂ ਵੀ ਅਸੀਂ ਅਨੁਪਾਤ ਪਤਾ ਕਰਨਾ ਹੁੰਦਾ ਹੈ ਤਾਂ ਦੋਨਾਂ ਸੰਖਿਆਵਾਂ ਦੀ ਜੋ ਇਕਾਈ ਆ ਉਹ ਇੱਕ ਹੋਣੀ ਚਾਹੀਦੀ ਹੈ। ਦੇਖੋ ਜਿਸ ਤਰ੍ਹਾਂ ਇਹ 50 ਪੈਸੇ ਨੇ ਰੁਪਏ ਹਨ, ਦੋਨਾਂ ਦੀ ਇਕਾਈ ਸੇਮ ਨਹੀਂ ਹੈ। ਤਾਂ ਬੱਚੋ ਅਸੀਂ ਫਿਰ 5 ਰੁਪਏ ਨੂੰ ਪਹਿਲਾਂ ਪੈਸਿਆਂ ਦੇ ਵਿੱਚ ਬਦਲ ਲੈਂਦੇ ਹਾਂ। ਤਾਂ ਸਾਨੂੰ ਬੱਚੋ ਪਤਾ ਹੈ ਤਾਂ 1 ਰੁਪਏ 'ਚ ਕਿੰਨੇ ਹੁੰਦੇ ਬੱਚੋ 100 ਪੈਸੇ, ਤਾਂ 5 ਕਿੰਨੇ ਹੋਣਗੇ 500 ਪੈਸੇ। ਤਾਂ ਹੁਣ ਅਸੀਂ ਅਨੁਪਾਤ ਦਾ ਕਰਨਾ 50 ਪੈਸਿਆਂ ਦਾ ਬੱਚੋ, ਉੱਪਰ ਆ ਗਿਆ 50 ਨੀਚੇ ਕਿੰਨਾ ਆ ਜਾਵੇਗਾ 500। ਇਹ ਬੱਚੋ 0 ਕੱਟੀ ਅਸੀਂ 5 1 5 10 5 50 ਤਾਂ ਬੱਚੋ 1/10। ਬੱਚੋ ਕਿਹੜਾ ਆਂਸਰ ਸਹੀ ਹੈ ਆਪਸ਼ਨ ਸੀ ਇਸ ਪ੍ਰਸ਼ਨ ਦਾ ਸਹੀ ਉੱਤਰ ਉਹ ਹੈ। ਹੁਣ ਬੱਚੋ ਅੱਗੇ ਆਪਾਂ 9ਵਾਂ ਪ੍ਰਸ਼ਨ ਦੇਖਦੇ ਹਾਂ। ਤਾਂ ਬੱਚੋ ਸਾਡੇ ਕੋਲ 9ਵੇਂ ਪ੍ਰਸ਼ਨ ਵਿੱਚ ਹੈ -4p ਅਤੇ 7p ਦਾ ਗੁਣਨਫਲ ਕੀ ਹੋਵੇਗਾ। ਬੱਚੋ ਸਾਡੇ ਕੋਲ ਦੋ ਸੰਖਿਆਵਾਂ ਹਨ, ਇੱਕ ਸਾਡੇ ਕੋਲੇ -4p ਹੈ, ਦੂਸਰੀ ਸਾਡੇ ਕੋਲੇ 7p ਹੈ। ਅਸੀਂ ਬੱਚਿਓ ਇਹਨਾਂ ਦਾ ਜਿਹੜਾ ਗੁਣਨਫਲ ਪਤਾ ਕਰਨਾ ਹੈ। ਦੇਖੋ 4 ਨੂੰ 7 ਨਾਲ ਗੁਣਾ ਕੀਤੀ ਬੱਚੋ ਕਿੰਨਾ ਹੋ ਗਿਆ 28। ਠੀਕ ਹੈ, p ਨੂੰ p ਨਾਲ ਗੁਣਾ ਕੀਤੀ p ਦਾ ਵਰਗ। ਹੁਣ ਅਸੀਂ ਦੇਖਣਾ ਹੈ ਵੀ ਇਹ ਪਲੱਸ ਵਾਲਾ ਹੋਵੇਗਾ ਕਿ ਮਾਈਨਸ ਵਾਲਾ ਹੋਵੇਗਾ। ਦੇਖੋ ਪਹਿਲਾਂ ਵਾਲੀ ਸੰਖਿਆ ਸਾਡੇ ਕੋਲ ਕਿਹਦੀ ਹੈ ਮਾਈਨਸ ਵਾਲੀ ਹੈ, ਦੂਸਰੀ ਸੰਖਿਆ ਕਾਹਦੇ ਵਾਲੀ ਹੈ ਪਲੱਸ ਵਾਲੀ ਹੈ। ਤਾਂ ਜਦੋਂ ਇੱਕ ਸੰਖਿਆ ਸਾਡੇ ਕੋਲ ਬੱਚਿਓ ਘਟਾਓ ਵਾਲੀ ਤੇ ਇੱਕ ਜਮਾ ਵਾਲੀ ਹੋਵੇ ਤਾਂ ਉਹਦਾ ਆਂਸਰ ਘਟਾਓ ਦੇ ਵਿੱਚ ਹੀ ਆਉਂਦਾ ਹੈ ਗੁਣਾ ਕਰਨ ਵੇਲੇ। ਇਸ ਗੱਲ ਦਾ ਧਿਆਨ ਰੱਖਣਾ ਹੈ। ਇਸ ਕਰਕੇ ਇਹ ਪਲੱਸ ਵਾਲੇ ਦਾ ਆਂਸਰ ਗਲਤ ਹੋ ਗਏ। ਇੱਥੇ ਦੇਖੋ 47 ਹੈ, ਇਹ ਵੀ ਗਲਤ ਹੋ ਗਿਆ। ਤਾਂ ਇਸ ਕਰਕੇ ਜਿਹੜਾ ਆਪਸ਼ਨ ਡੀ ਹੈ ਬੱਚਿਓ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਆ ਉਹ ਆ ਗਿਆ ਹੈ। ਅੱਗੇ ਬੱਚਿਓ ਸਾਡੇ ਕੋਲ 10ਵਾਂ ਪ੍ਰਸ਼ਨ ਹੈ, ਇੱਕ ਘਣ ਦੇ ਕਿੰਨੇ ਕਿਨਾਰੇ ਹੁੰਦੇ ਹਨ। ਤਾਂ ਬੱਚਿਓ ਆਪਾਂ ਪਿਛਲੀ ਵੀਡੀਓ ਵਿੱਚ ਵੀ ਪਹਿਲਾਂ ਵਾਲੀ ਵੀਡੀਓ 'ਚ ਕੀਤਾ ਸੀ, ਉੱਥੇ ਆਪਾਂ ਘਣ ਦੇ ਜਿਹੜੇ ਫਲਕ ਆ ਉਹ ਪਤਾ ਕੀਤੇ ਸੀ। ਹੁਣ ਦੱਸਣਾ ਵੀ ਘਣ ਦੇ ਕਿੰਨੇ ਕਿਨਾਰੇ ਹੁੰਦੇ ਹਨ। ਤਾਂ ਬੱਚਿਓ ਸਾਨੂੰ ਪਤਾ ਹੈ ਵੀ ਜੋ ਸਾਡੇ ਕੋਲ ਘਣ ਹੈ ਉਹ ਇਸ ਪ੍ਰਕਾਰ ਦਾ ਹੁੰਦਾ ਹੈ। ਇਸ ਦੀ ਲੰਬਾਈ ਚੌੜਾਈ ਉਚਾਈ ਬੱਚਿਓ ਕੀ ਹੁੰਦੀ ਆ ਉਹ ਇੱਕੋ ਜਿਹੀ ਹੁੰਦੀ ਹੈ। ਹੁਣ ਬੱਚਾ ਆਪਾਂ ਦੱਸਣਾ ਵੀ ਕਿਨਾਰੇ, ਠੀਕ ਹੈ ਬੱਚਿਓ ਕਿਨਾਰੇ ਅਸੀਂ ਕਿਸ ਨੂੰ ਕਹਿੰਦੇ ਹਾਂ। ਦੇਖੋ ਬੱਚਿਓ ਇਹਦੇ ਵਿੱਚ ਇੱਕ ਹੀ ਹੁੰਦਾ ਗਾ, ਇੱਕ ਸਿਖਰ ਹੁੰਦਾ ਗਾ, ਇੱਕ ਕਿਨਾਰੇ ਹੁੰਦੇ ਹਨ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇੱਕ ਫਲਕ ਹੁੰਦੇ ਹਨ। ਠੀਕ ਹੈ, ਫਲਕ ਬੱਚਿਓ ਸਿਖਰ ਸਾਡੇ ਕੋਲ ਕੀ ਹੁੰਦੇ ਆ, ਜੋ ਸਾਡੇ ਕੋਲ ਸਿਖਰ ਹੁੰਦੇ ਹਨ ਠੀਕ ਹੈ ਤਾਂ ਉਹ ਸਾਡੇ ਕੋਲ ਇਹ ਹੁੰਦੇ ਹਨ। ਇਹ ਆਪਾਂ ਦੇਖਦੇ ਹਾਂ ਅਲੱਗ ਅਸੀਂ ਇੱਕ ਰੰਗ ਦੀ ਵਰਤੋਂ ਕਰਕੇ, ਇਹ ਸਾਡੇ ਕੋਲ ਹੁੰਦੇ ਹੈਗੇ ਜੋ ਤੁਹਾਨੂੰ ਮੈਂ ਬਣਾ ਰਿਹਾ ਗਾ, ਇਹ ਸਾਡੇ ਕੋਲ ਬੱਚਿਓ ਸਿਖਰ ਹੁੰਦੇ ਹਨ। ਜੋ ਇਹ ਬਣਾਇਆ ਤੁਹਾਨੂੰ ਸਿਖਰ ਸਾਡੇ ਕਿੰਨੇ ਹੋ ਗਏ 8। ਬੱਚਿਓ ਕਿਨਾਰੇ ਕਿਹੜੇ ਹੁੰਦੇ ਹਨ, ਜੋ ਤੁਹਾਨੂੰ ਇਹ ਬਲੂ ਲਾਈਨ ਦਿਖਾਈ ਦੇ ਰਹੀਆਂ ਹਨ ਇਹਨੂੰ ਅਸੀਂ ਕਿਨਾਰੇ ਕਹਿੰਦੇ ਹਾਂ, ਜੋ ਸਾਨੂੰ ਲਾਈਨ ਹਨ। ਇਹ ਬੱਚੇ ਦੇਖੋ ਕਿੰਨੀਆਂ ਹਨ ਬੱਚਿਓ, ਉੱਪਰ 4 ਹਨ ਨੀਚੇ 4 ਹਨ 8। ਠੀਕ ਹੈ 8 9 10 11 12 ਤਾਂ ਕਿਨਾਰੇ ਬੱਚਿਓ ਸਾਡੇ ਕੋਲੇ 12 ਹੁੰਦੇ ਹਨ। ਉਸ ਤੋਂ ਬੱਚਿਓ ਫਲਕ ਕਿਹੜੇ ਹੁੰਦੇ ਹਨ ਵੀ ਜੋ ਇਹਦੇ ਇਹ ਪਾਸੇ ਹਨ। ਠੀਕ ਹੈ ਜਿਸ ਤਰ੍ਹਾਂ ਆਹ ਸਾਡੇ ਕੋਲ ਇੱਕ ਪਾਸਾ ਬਣ ਗਿਆ ਬੱਚਿਓ, ਇੱਕ ਇਹਦੇ ਸਾਹਮਣੇ ਬਣ ਗਿਆ। ਠੀਕ ਹੈ ਇੱਕ ਆ ਨੀਚੇ ਬਣ ਗਿਆ, ਇੱਕ ਇਹਦੇ ਉੱਪਰ ਬਣ ਗਿਆ, ਇੱਕ ਆ ਸਾਹਮਣੇ ਵਾਲਾ ਇੱਕ ਪਿੱਛੇ ਵਾਲਾ। ਬੱਚਿਓ ਸਾਡੇ ਕੋਲ ਫਲਕ ਆ ਉਹ 6 ਹੁੰਦੇ ਹਨ। ਤਾਂ ਇਹ ਬੱਚਿਓ ਸਾਨੂੰ ਜਿਹੜਾ ਘਣ ਬਾਰੇ ਪਤਾ ਹੋਣਾ ਜ਼ਰੂਰੀ ਹੈ। ਤਾਂ ਬੱਚਿਓ ਘਣ ਦੇ ਕਿੰਨੇ ਕਿਨਾਰੇ ਹੁੰਦੇ ਆ, ਫਿਰ ਕਿਨਾਰੇ ਬੱਚਿਓ ਸਾਡੇ ਕੋਲੇ 12 ਹੋ ਗਏ। ਆਪਸ਼ਨ ਸੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਅਗਲਾ ਪ੍ਰਸ਼ਨ ਹੈ ਬੱਚਿਓ, ਅਗਲੇ ਪ੍ਰਸ਼ਨ 'ਚ ਆਪਾਂ ਦੇਖਦੇ ਹਾਂ ਘਣ ਦੇ ਆਇਤਨ ਦਾ ਸੂਤਰ ਦੱਸੋ। ਤਾਂ ਆਪਾਂ ਘਣ ਦੇ ਆਇਤਨ ਦਾ ਸੂਤਰ ਜਿਹੜਾ ਹੈਗਾ ਉਹ ਦੱਸਣਾ ਹੈ। ਬੱਚਿਓ ਪਿਛਲੀ ਵੀਡੀਓ ਵਿੱਚ ਵੀ ਫਾਰਮੂਲੇ ਕੀਤੇ ਸੀ, ਹੁਣ ਆਪਾਂ ਇਹਦੇ ਫਾਰਮੂਲੇ ਜਿਹੜੇ ਹੈਗੇ ਆਪਾਂ ਕਰਦੇ ਹਾਂ। ਦੇਖੋ ਘਣ
ਬੱਚੋ ਘਣ ਦਾ ਆਇਤਨ ਕੀ ਹੁੰਦਾ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੀ ਹੁੰਦਾ ਹੈਗਾ? ਭੁਜਾ ਦਾ ਘਣ, ਜਾਣੀ ਕਿ ਆਪਸ਼ਨ ਏ। ਇੱਥੇ ਇਹਦਾ ਮਤਲਬ ਬੱਚੋ ਕੀ ਹੈ? ਇਹ ਸਾਡੇ ਕੋਲੇ ਭੁਜਾ ਹੈ, ਜਾਣੀ ਕਿ ਅਸੀਂ ਜੇਕਰ ਭੁਜਾ ਉੱਤੇ ਘਾਤ 3 ਕਰ ਦਿੰਦੇ ਹਾਂ, ਜਾਣੀ ਕਿ ਭੁਜਾ ਨੂੰ 3 ਵਾਰੀ ਗੁਣਾ ਕਰ ਦਿੰਦੇ ਹਾਂ, ਤਾਂ ਉਹ ਸਾਡੇ ਕੋਲੇ ਘਣ ਦਾ ਜਿਹੜਾ ਆਇਤਨ ਆ ਬੱਚੋ ਉਹ ਹੁੰਦਾ ਹੈ। ਬੱਚੋ ਕਾਪੀ ਤੁਸੀਂ ਨੋਟ ਕਰਨਾ ਜ਼ਰੂਰ ਚੀਜ਼ਾਂ, ਠੀਕ ਹੈ, ਨਾਲ ਦੀ ਨਾਲ। ਅੱਗੇ ਬੱਚੋ ਸਾਡੇ ਕੋਲ 12ਵਾਂ ਪ੍ਰਸ਼ਨ ਹੈ, 4 ਦੀ ਘਾਤ 3 ਗੁਣਾ 4 ਦੀ ਘਾਤ 6 ਦਾ ਅਰਥ। ਵੀ ਇਹਦਾ ਮਤਲਬ ਕੀ ਹੈ? ਇਹਦਾ ਅਰਥ ਕੀ ਹੈ? ਤਾਂ ਬੱਚੋ ਸਾਨੂੰ ਪਤਾ ਹੈ ਸਾਡੇ ਕੋਲ ਇੱਕ ਸੂਤਰ ਹੁੰਦਾ ਹੈ a ਦੀ ਘਾਤ m ਤੇ a ਦੀ ਘਾਤ n। ਜਦੋਂ ਬੱਚੋ ਸਾਡੇ ਕੋਲ ਜੋ ਬੇਸ ਹੈ, ਠੀਕ ਹੈ, ਆਧਾਰ ਜਿਹਨੂੰ ਆਪਾਂ ਕਹਿੰਦੇ ਆ, ਇਹ ਬਰਾਬਰ ਹੋਵੇ ਤਾਂ ਇਹ ਸਾਡੇ ਕੋਲ ਘਾਤਾਂ ਹਨ। ਜੋ ਘਾਤਾਂ ਬੱਚੋ ਉਹਨਾਂ ਦੀਆਂ ਕੀ ਹੁੰਦੀਆਂ ਹਨ? ਜੁੜ ਜਾਂਦੀਆਂ ਹਨ। ਹੁਣ ਇੱਥੇ ਬੱਚੋ ਸਾਡੇ ਕੋਲ ਜੋ ਆਧਾਰ ਹੈ ਉਹ ਕਿੰਨਾ ਹੈ? 4 ਹੈ। ਇੱਕ ਘਾਤ 3 ਹੈ, ਇੱਕ ਘਾਤ 6 ਹੈ। ਤਾਂ ਬੱਚੋ ਦੋਨੇ ਘਾਤਾਂ ਜੁੜ ਗਈਆਂ, 3 ਤੇ 6 ਬੱਚੋ ਕਿੰਨਾ ਹੋ ਗਿਆ? 9, ਜਾਣੀ ਕਿ 4 ਦੀ ਘਾਤ 9 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਆਪਸ਼ਨ ਬੀ। ਬੱਚੇ ਸਰ ਅਗਲਾ ਪ੍ਰਸ਼ਨ 13ਵਾਂ, 4.5 ਗੁਣਾ 10 ਦੀ ਪਾਵਰ 4 ਦਾ ਸਧਾਰਨ ਰੂਪ ਕੀ ਹੈ? ਤਾਂ ਬੱਚੋ ਦੇਖੋ ਆਪਾਂ ਜਦੋਂ 4.5 ਨੂੰ 10 ਦੀ ਪਾਵਰ 4 ਨਾਲ ਗੁਣਾ ਕਰਾਂਗੇ ਤਾਂ ਸਾਡੇ ਕਿੰਨਾ ਬੱਚੋ ਕਿੰਨਾ ਬਣਨਾ? ਦੇਖੋ 4, 10 ਦੀ ਘਾਤ 11, 4 ਜ਼ੀਰੋ ਲਗਾ ਲਈਆਂ। ਹੁਣ ਬੱਚੋ ਜੋ ਸਾਡੇ ਕੋਲ ਦਸ਼ਮਲਵ ਹੈ ਉਹ ਕਿੰਨੇ ਅੰਕਾਂ ਵੱਲ ਲੱਗਿਆ ਹੈ? ਸੱਜੇ ਪਾਸੇ ਤੋਂ ਦੇਖਣਾ ਹੈ, ਇਧਰੋਂ ਕਿੰਨੇ ਅੰਕਾਂ ਵੱਲ ਲੱਗਿਆ ਹੈ? 1 ਅੰਕ ਵੱਲ ਲੱਗਿਆ ਹੈ। ਤਾਂ ਇੱਥੇ ਅਸੀਂ ਜਿਹੜਾ ਦਸ਼ਮਲਵ ਆ ਉਹ ਲਾ ਲਿਆ ਹੈ। ਤਾਂ ਬੱਚੋ ਸਾਡਾ ਕੀ ਬਣ ਗਿਆ? 4 5 0 0। ਕਿਉਂਕਿ ਬੱਚੋ ਦਸ਼ਮਲਵ ਤੋਂ ਬਾਅਦ ਸਾਡੇ ਕੋਲ 0 ਹਨ, ਕੋਈ ਅੰਕ ਨਹੀਂ ਹੈ, ਇਸ ਕਰਕੇ ਅਸੀਂ ਉਹਨੂੰ ਛੱਡ ਦਿੰਦੇ ਹਾਂ। ਤਾਂ ਇਸ ਕਰਕੇ ਬੱਚੋ ਸਾਡੇ ਕੋਲ ਜੋ 45,000 ਆ ਬੱਚੋ ਆਪਸ਼ਨ ਏ ਇਸ ਦਾ ਸਹੀ ਉੱਤਰ ਸਾਡੇ ਕੋਲ ਹੈ। ਠੀਕ ਹੈ ਬੱਚੋ, ਸਮਝ ਆ ਗਿਆ ਨਾ? ਕਾਪੀ ਤੁਸੀਂ ਨਾਲ ਦੀ ਨਾਲ ਨੋਟਿਸ ਨੂੰ ਜ਼ਰੂਰ ਕਰਨਾ ਹੈ, ਠੀਕ ਹੈ। ਕਾਪੀ ਤੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ। ਤਾਂ ਪਿਛਲੀ ਵਾਰ ਬੋਰਡ ਦੇ ਪੇਪਰ ਵਿੱਚੋਂ ਕਾਫੀ ਪ੍ਰਸ਼ਨ ਦੇ ਵਿੱਚੋਂ ਆਏ ਹਨ। ਹੁਣ ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ 14ਵਾਂ, ਜੇਕਰ ਇੱਕ ਰਾਸ਼ੀ ਨੂੰ ਘਟਾਉਣ ਤੇ ਦੂਸਰੀ ਰਾਸ਼ੀ ਵੀ ਘਟੇ ਤਾਂ ਉਹਨਾਂ ਵਿੱਚ ਅਨੁਪਾਤ ਹੁੰਦਾ ਹੈ, ਯਾਨੀ ਕਿਹੜਾ ਅਨੁਪਾਤ ਹੈ? ਬੱਚੇ ਸਾਡੇ ਕੋਲ ਇੱਕ ਰਾਸ਼ੀ ਹੈ, ਉਹ ਵੀ ਕੀ ਆ? ਘਟ ਰਹੀ ਹੈ। ਉਹਦੇ ਅਨੁਸਾਰ ਕੋਈ ਦੂਜੀ ਰਾਸ਼ੀ ਹੈ, ਉਹ ਵੀ ਘਟ ਰਹੀ ਹੈ, ਜਾਣੀ ਕਿ ਦੋਨੇ ਰਾਸ਼ੀਆਂ ਕੀ ਆ? ਘਟ ਰਹੀਆਂ। ਤਾਂ ਉਹਨਾਂ ਵਿੱਚ ਕਿਹੜਾ ਅਨੁਪਾਤ ਹੁੰਦਾ ਬੱਚੋ? ਸਿੱਧਾ ਅਨੁਪਾਤ। ਜਦੋਂ ਦੋਨੇ ਰਾਸ਼ੀਆਂ ਜਾਂ ਤਾਂ ਵਧਣ ਜਾਂ ਦੋਨੇ ਬੱਚੇ ਘਟ ਜਾਣ ਤਾਂ ਉਹਨਾਂ ਵਿੱਚ ਸਿੱਧਾ ਅਨੁਪਾਤ ਹੁੰਦਾ ਹੈ। ਇਸ ਕਰਕੇ ਬੱਚਿਓ ਆਪਸ਼ਨ ਬੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਅੱਗੇ ਬੱਚਿਓ ਆਪਾਂ 15ਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ 15ਵੇਂ ਪ੍ਰਸ਼ਨ ਦੇ ਵਿੱਚ ਹੈ ਗੁਣਾ ਕਰਨੇ ਵਿੱਚੋਂ ਅਸੀਂ ਇਹਨਾਂ ਦਾ ਸਾਂਝਾ ਗੁਣਨਫਲ ਪਤਾ ਕਰਨਾ ਹੈ। 14 PQ ਅਤੇ 28 P ਦੀ 2 Q ਦੀ 2 ਦਾ ਸਾਂਝਾ ਗੁਣਨਖੰਡ ਕੀ ਹੋਵੇਗਾ? ਜੋ ਦੇਖੋ ਇੱਕ ਸਾਡੇ ਕੋਲ ਸੰਖਿਆ ਹੈ 14 PQ, ਦੂਸਰੀ ਹੈ ਸਾਡੇ ਕੋਲ 28 P ਦੀ ਘਾਤ 2 Q ਦੀ ਘਾਤ 2। ਬੱਚੇ ਨੂੰ ਆਪਾਂ ਲਿਖ ਲਿਆ 14 PQ, 28 ਦੇ ਆਪਾਂ ਬੱਚੇ ਗੁਣਨਖੰਡ ਬਣਾਏ 2 ਗੁਣਾ 14, ਠੀਕ ਹੈ ਬੱਚਿਓ। ਅੱਗੇ ਸਾਡੇ ਕੋਲ P, ਸਾਡੇ ਕੋਲ P ਨੂੰ ਆਪਾਂ 2 ਵਾਰ ਲਿਖ ਸਕਦੇ ਹਾਂ, Q ਘਾਤ 2 ਹੈ, Q ਨੂੰ ਆਪਾਂ 2 ਵਾਰ ਲਿਖ ਸਕਦੇ ਹਾਂ, ਠੀਕ ਹੈ ਬੱਚਿਓ। ਹੁਣ ਬੱਚਿਓ ਇਹਨੇ ਕੀ ਸਾਂਝਾ ਸਾਡੇ ਕੋਲ? ਇੱਕ ਸਾਡੇ ਕੋਲ 14 ਸਾਂਝਾ ਆ ਗਿਆ, ਦੇਖੋ P ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ, P ਸਾਂਝਾ ਆ ਗਿਆ, Q ਇਹਦੇ ਵਿੱਚ ਵੀ ਹੈ, Q ਇਹਦੇ ਵਿੱਚ ਵੀ ਹੈ, ਇੱਕ ਉਹਨਾਂ ਵਿੱਚ Q ਸਾਂਝਾ ਆ ਗਿਆ ਬੱਚਿਓ, ਜਾਣੀ ਕਿ 14 PQ ਦੋਨਾਂ ਵਿੱਚ ਸਾਂਝੀ ਸੰਖਿਆ ਹੈ। ਇਸ ਕਰਕੇ ਬੱਚਿਓ 14 PQ ਆਪਸ਼ਨ ਸੀ ਇਸ ਪ੍ਰਸ਼ਨ ਦਾ ਸਹੀ ਉੱਤਰ ਬਣਦਾ ਹੈ। ਹੁਣ ਬੱਚਿਓ ਅੱਗੇ ਆਪਾਂ 16ਵਾਂ ਪ੍ਰਸ਼ਨ ਦੇਖਦੇ ਹਾਂ। ਬੱਚਿਓ ਸਾਡੇ ਕੋਲ ਹੈ ਜੇਕਰ 31 ZP 3 ਦਾ ਗੁਣਜ ਹੋਵੇ ਤਾਂ Z ਦਾ ਮੁੱਲ ਪਤਾ ਕਰੋ। ਤਾਂ ਆਪਾਂ Z ਦਾ ਮੁੱਲ ਦੱਸਣਾ ਕੀ ਹੋਣਾ? ਬੱਚਿਓ ਸਾਨੂੰ ਪਤਾ ਹੈ ਵੀ ਜਦੋਂ ਕੋਈ 3 ਦਾ ਗੁਣਜ ਹੈ ਤਾਂ 3 ਨਾਲ ਜ਼ਰੂਰ ਭਾਜ ਹੋਵੇਗਾ, ਜਾਣੀ ਕਿ 31 Z 5 ਸਾਡੇ ਕੋਲ ਕੀ ਹੈ? 3 ਨਾਲ ਜ਼ਰੂਰ ਵੰਡਿਆ ਜਾਵੇਗਾ। ਤਾਂ ਬੱਚਿਓ ਸਾਨੂੰ ਪਤਾ ਹੈ ਵੀ 3 ਨਾਲ ਕਿਹੜੀ ਸੰਖਿਆ ਵੰਡੀ ਜਾਂਦੀ ਹੈ? ਜਿਸ ਦੇ ਅੰਕਾਂ ਦਾ ਜੋੜ 3 ਨਾਲ ਵੰਡਿਆ ਜਾਂਦਾ ਹੋਵੇ। ਹੁਣ ਦੇਖੋ ਇਹਦਾ ਆਪਾਂ ਜੋੜ ਕਰਦੇ ਹਾਂ ਬੱਚਿਓ, ਕਿੰਨਾ ਆ ਗਿਆ? 3 ਤੇ 1 4, 4 ਤੇ 5 9, 9 ਪਲੱਸ Z ਭਾਗ 3। ਹੁਣ ਦੇਖੋ 9 ਚ ਆਪਾਂ ਬੱਚਿਓ ਕਿੰਨੇ ਜੁੜ ਗਏ ਤਾਂ ਕਿ ਉਹ ਸੰਖਿਆ 3 ਨਾਲ ਵੰਡੀ ਜਾਵੇ। ਤਾਂ ਬੱਚਿਓ 9 ਤੋਂ ਬਾਅਦ ਦੇਖੋ ਜਿਹੜੀ 12 ਵਾਲੀ ਜਿਹੜੀ ਸੰਖਿਆ ਗਈ, ਜਿਹੜੀ 12 ਸੰਖਿਆ ਉਹ 3 ਨਾਲ ਵੰਡੀ ਜਾਂਦੀ ਹੈ। ਤਾਂ 9 ਦੇ ਵਿੱਚ ਸਾਨੂੰ ਫਿਰ 3 ਜੋੜਨਾ ਪੈਣਾ,
ਫਿਰ ਉਹ 12 ਬਣਨਾਗਾ ਤੇ 3 ਨਾਲ ਭਾਗ ਹੋ ਜਾਊਗਾ। ਠੀਕ ਹੈ ਬੱਚਿਓ, ਤਾਂ ਇਸ ਕਰਕੇ z ਦਾ ਮੁੱਲ ਕਿੰਨਾ ਹੋਣਾ ਚਾਹੀਦਾਗਾ 3। ਤਾਂ z ਦਾ ਮੁੱਲ ਕਿੰਨਾ ਹੋਣਾ ਚਾਹੀਦਾ ਸਾਡੇ ਕੋਲੇ 3 ਹੋਣਾ ਚਾਹੀਦਾ ਹੈ। ਠੀਕ ਹੈ ਬੱਚਿਓ, ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਆ ਗਏ। ਤਾਂ ਬੱਚਿਓ ਆਪਾਂ ਇਹਦੇ ਵਿੱਚ ਅੱਜ ਜਿਹੜੇ 16 ਪ੍ਰਸ਼ਨ ਆ ਉਹ ਕੀਤੇ ਹਨ। 16 ਪ੍ਰਸ਼ਨ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਕੀਤੇ ਹਨ। ਜੇਕਰ ਕਿਸੇ ਬੱਚੇ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਜ਼ਰੂਰ ਦੇਖੇ, ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੀ ਕਾਪੀ ਤੇ ਨੋਟ ਵੀ ਕਰੇ। ਜੇਕਰ ਬੱਚਿਓ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਆਪਣੇ ਕਲਾਸ ਦੇ ਵਿਦਿਆਰਥੀਆਂ ਨਾਲ ਆਪਣੇ WhatsApp ਗਰੁੱਪ, ਟੈਲੀਗ੍ਰਾਮ ਗਰੁੱਪ ਨੂੰ ਵੀ ਸ਼ੇਅਰ ਕਰੋ, ਤਾਂ ਤੁਸੀਂ ਉਹ ਵੀ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਤੇ ਕਲਿੱਕ ਕਰਕੇ ਟੈਲੀਗ੍ਰਾਮ ਗਰੁੱਪ ਜਿਹੜਾ ਹੈਗਾ ਉਹ ਜੁਆਇਨ ਕਰ ਸਕਦੇ ਹੋ। ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਆਪਣੇ ਕਲਾਸ ਦੇ ਵਿਦਿਆਰਥੀਆਂ ਨਾਲ ਉਹਨਾਂ ਨੂੰ ਵੀਡੀਓ ਆਪਣੀ ਜ਼ਰੂਰ ਸ਼ੇਅਰ ਕਰੋ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ।